ਤੇ ਤੁਹਾਨੂੰ ਜਿਹੜੇ ਮੁੱਦੇ ਲਈ ਅੱਜ ਬੁਲਾਇਆ ਗਿਆ ਉਹ ਬੜਾ ਗੰਭੀਰ ਹੈ ਤੇ ਪੰਜਾਬ ਦੇ ਲੋਕਾਂ ਦੀਆਂ, ਹਿੰਦੁਸਤਾਨ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜਿਹੜਾ ਜੁੜਿਆ ਹੋਇਆ। ਪਿਛਲੇ ਦਿਨੀ ਸੰਗਰੂਰ ਲੋਕ ਸਭਾ ਦੀ ਇਲੈਕਸ਼ਨ ਹੋਈ, ਉੱਥੋਂ ਮੈਂਬਰ ਪਾਰਲੀਮੈਂਟ ਬਣੇ ਸਰਦਾਰ ਸਿਮਰਜੀਤ ਸਿੰਘ ਮਾਨ। ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤੇ ਲੋਕਾਂ ਦੇ ਫਤਵੇ ਦਾ ਵੀ ਸਤਿਕਾਰ ਕਰਦੇ ਹਾਂ, ਪਰ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੀ ਸਿਮਰਜੀਤ ਸਿੰਘ ਮਾਨ ਬਿਆਨਬਾਜ਼ੀ ਕਰ ਰਹੇ ਆ, ਜੋ ਭਗਤ ਸਿੰਘ ਜੀ ਸ਼ਹੀਦ ਆਜ਼ਮ ਬਾਰੇ ਬੋਲ ਰਹੇ ਆ, ਮੈਂ ਸਮਝਦਾ ਕਿ ਉਹ ਬੜਾ ਸ਼ਰਮਨਾਕ ਵੀ ਹੈ ਤੇ ਕਰੋੜਾਂ ਹਿੰਦੁਸਤਾਨੀਆਂ ਦੇ, ਚਾਹੇ ਉਹ ਦੇਸ਼ 'ਚ ਬੈਠੇ ਆ ਚਾਹੇ ਦੇਸ਼ ਤੋਂ ਬਾਹਰ ਬੈਠੇ ਆ, ਖਾਸ ਤੌਰ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ। ਦੁਬਾਰਾ ਕਿਹਾ ਜਾ ਰਿਹਾ ਜੀ ਕਿ ਭਗਤ ਸਿੰਘ ਤਾਂ ਜੀ ਅੱਤਵਾਦੀ ਸੀ, ਟੈਰਰਿਸਟ ਸੀ। ਕਮਾਲ ਦੀ ਗੱਲ ਹੈ। ਆਖੇ ਜੀ ਕਿਸੇ ਅੰਗਰੇਜ਼ ਅਫਸਰ ਨੂੰ ਮਾਰਤਾ ਸੀ। ਕੀ ਤੁਸੀਂ ਭਗਤ ਸਿੰਘ ਨੂੰ ਸਿਰਫ ਇਹ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹੋ ਵੀ ਭਾਈ ਉਹਨੇ ਕਿਸ ਤੇ ਗੋਲੀ ਚਲਾਈ? ਤੁਸੀਂ ਭਗਤ ਸਿੰਘ ਦੀ ਕੀ ਵਿਚਾਰਧਾਰਾ ਸੀ, ਕੀ ਆਈਡੀਓਲੋਜੀ ਸੀ? ਸਾਡੇ ਲੋਕਾਂ ਲਈ, ਦੇਸ਼ ਲਈ ਉਹ ਕ੍ਰਾਂਤੀ ਦਾ ਪ੍ਰਤੀਕ ਸੀ। ਤੁਸੀਂ ਉਹਦੀ ਲੈਟਰ ਪਰੋਡ ਜਿਹੜੀ ਭਗਤ ਸਿੰਘ ਨੇ ਲਾਸਟ ਲਿਖੀ, ਉਹ ਕਹਿੰਦੇ ਕਿ ਜੀਣ ਦਾ ਹੱਕ ਹਰ ਇੱਕ ਨੂੰ ਹੈ, ਹਰ ਇੱਕ ਦਾ ਜੀ ਕਰਦਾ ਵੀ ਮੈਂ ਵੀ ਲੰਬਾ ਜੀਵਾਂ, ਪਰ ਉਹ ਕਹਿੰਦੇ ਜਿਹੜੇ ਲੈਵਲ ਤੇ ਅੱਜ ਮੈਂ ਪਹੁੰਚ ਚੁੱਕਿਆ, ਅੱਜ ਮੈਂ ਹਿੰਦੁਸਤਾਨੀਆਂ ਲਈ ਕ੍ਰਾਂਤੀ ਦਾ ਪ੍ਰਤੀਕ ਬਣ ਚੁੱਕਿਆ। ਜੇ ਮੈਂ ਜਿਉਂਦਾ ਰਿਹਾ ਤਾਂ ਜਿਹੜੇ ਲੈਵਲ ਤੇ ਅੱਜ ਹੈ ਮੈਂ ਇਸ ਤੋਂ ਉੱਪਰ ਨਹੀਂ ਜਾ ਸਕੂੰਗਾ। ਹੋ ਸਕਦਾ ਆਉਣ ਵਾਲੇ ਸਮੇਂ 'ਚ ਵੀ ਮੈਂ ਜਿਉਂਦਾ ਰਿਹਾ ਤਾਂ ਮੇਰੀਆਂ ਕੋਈ ਕਮੀਆਂ ਲੋਕਾਂ ਦੇ ਸਾਹਮਣੇ ਆਉਣ ਲੱਗ ਜਾਣ, ਪਰ ਉਹ ਕਹਿੰਦੇ ਜੇ ਅੱਜ ਮੈਂ ਹੱਸਦਾ ਫਾਂਸੀ ਦੇ ਫੰਦੇ ਤੇ ਚੜ੍ਹ ਜਾਣਾ ਤਾਂ ਲੱਖਾਂ ਹਿੰਦੁਸਤਾਨ ਦੀਆਂ ਮਾਵਾਂ ਇਹ ਪ੍ਰਮਾਤਮਾ ਅੱਗੇ ਦੁਆਵਾਂ ਕਰਨਗੀਆਂ ਕਿ ਸਾਡੀ ਕੁੱਖ 'ਚੋਂ ਭਗਤ ਸਿੰਘ ਵਰਗਾ ਪੁੱਤ ਜੰਮੇ। ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਜੰਮੇ ਵੀ, ਤੇ ਉਹਨਾਂ ਹੀ ਲੱਖਾਂ ਭਗਤ ਸਿੰਘਾਂ ਨੇ ਇਹ ਦੇਸ਼ ਆਜ਼ਾਦ ਕਰਵਾਇਆ। ਤੇ ਉਹ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਾਰਲੀਮੈਂਟ ਬਣੀ, ਲੋਕਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ, ਜਿਹੜੀਆਂ ਵੋਟਾਂ ਲੈ ਕੇ ਅੱਜ ਸਿਮਰਜੀਤ ਸਿੰਘ ਮਾਨ MP ਬਣੇ ਆ। ਤੇ ਉਸੇ ਭਗਤ ਸਿੰਘ ਨੂੰ ਜਿਹਦੀ ਸ਼ਹਾਦਤ ਤੋਂ ਬਾਅਦ ਇਹ ਦੇਸ਼ ਆਜ਼ਾਦ ਹੋਇਆ, ਇਹ ਕਹਿ ਰਿਹਾ ਜੀ ਅੱਤਵਾਦੀ ਸੀ। ਬੜੀ ਸ਼ਰਮ ਦੀ ਗੱਲ ਆ। ਅੱਜ ਲੱਖਾਂ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਦੀ ਇੰਸਪੀਰੇਸ਼ਨ ਹੈ। ਤੁਸੀਂ ਦੇਖੋ ਸਾਡੇ ਹਰ ਪਿੰਡ 'ਚ ਭਗਤ ਸਿੰਘ ਸਪੋਰਟਸ ਕਲੱਬ ਹੈ, ਆਈਡਲ ਹੈ ਉਹਨਾਂ ਲਈ। ਭਗਤ ਸਿੰਘ ਸਾਡੇ ਲਈ ਕੋਈ ਸਿਰਫ ਇੱਕ ਨਾਮ ਨਹੀਂ, ਇੱਕ ਵਿਚਾਰਧਾਰਾ, ਕਿ ਸਾਡੀ ਕ੍ਰਾਂਤੀ ਦਾ ਪ੍ਰਤੀਕ ਹੈ। ਸਾਡੇ ਪੰਜਾਬੀਆਂ ਲਈ ਇੱਕ ਮਾਣ ਵਾਲੀ ਗੱਲ ਹੈ। ਤੇ ਊਧਮ ਸਿੰਘ ਵੀ ਕੌਣ ਸੀ ਜਿਹਨੇ 23 ਸਾਲ ਬਾਅਦ ਜਾ ਕੇ ਲੰਡਨ 'ਚ ਜਾ ਕੇ ਬਦਲਾ ਲਿਆ? ਉਹ ਵੀ ਭਗਤ ਸਿੰਘ ਤੋਂ ਇੰਸਪਾਇਰ ਸੀ। ਤੇ ਉਹਨੂੰ ਐ ਕਹਿਣਾ ਵੀ ਅੱਤਵਾਦੀ ਹੈ, ਬੜੀ ਸ਼ਰਮਨਾਕ ਗੱਲ ਹੈ। ਤੁਸੀਂ ਉਹਨਾਂ ਦਾ ਪਰਿਵਾਰ ਦੇਖ ਲਓ, ਸਾਰਾ ਪਰਿਵਾਰ। ਅਜੀਤ ਸਿੰਘ ਕੌਣ ਸੀ ਜਿਹਨੇ ਸਭ ਤੋਂ ਪਹਿਲਾਂ ਕਿਸਾਨਾਂ ਲਈ ਲੜਾਈ ਲੜੀ? ਸਾਰਾ ਪਰਿਵਾਰ। ਸਿਰਫ 23 ਸਾਲ ਦੀ ਉਮਰ। ਅੱਜ ਆ ਤੁਸੀਂ ਸਾਰੇ ਜਾਣਦੇ ਹੋ ETT ਦੀਆਂ ਨਿਕਲੀਆਂ ਨੇ ਨਾ ਪੋਸਟਾਂ, 6500 ਨਵੀਆਂ ਜੁਆਇਨਿੰਗਾਂ ਹੋਈਆਂ। ਆ ਗੋਲਡੀ ਜੀ ਬੈਠੇ ਆ, ਸਭ ਤੋਂ ਜ਼ਿਆਦਾ ਇਹਨਾਂ ਦੇ ਹਲਕੇ ਦੇ 25 26 ਸਾਲ ਦੇ ਉਹ 'ਚ ਮੁੰਡੇ ਕੁੜੀਆਂ ਨੇ। ਰੋਜ਼ ਉਹਨਾਂ ਦੇ ਮਾਪਿਓ ਇਹਨਾਂ ਕੋਲੇ ਵੀ ਆਉਂਦੇ ਆ, ਸਾਡੇ ਕੋਲੇ ਵੀ ਆਉਂਦੇ ਆ ਜੀ। ਸਟੇਸ਼ਨ ਦੂਰ ਹੈ, ਸਾਡਾ ਮੁੰਡਾ ਇਕੱਲਾ ਕਿਵੇਂ ਜਾਊਗਾ ਉੱਥੇ, ਸਾਡੀ ਕੁੜੀ ਇਕੱਲੀ ਕਿਵੇਂ ਜਾਊਗੀ? ਭਗਤ ਸਿੰਘ ਦੀ ਮਾਂ ਨਹੀਂ ਸੀ, ਉਹਦਾ ਜੀ ਨਹੀਂ ਸੀ ਕਰਦਾ ਵੀ ਭਾਈ ਮੇਰੇ ਮੁੰਡੇ ਦਾ ਵਿਆਹ ਹੋਵੇ, ਸਾਡੇ ਘਰੇ ਨੂੰਹ ਆਊਗੀ, ਬੱਚੇ ਹੋਣਗੇ। ਤੇ ਉਹਨਾਂ ਨੇ 23 ਸਾਲ ਦੀ ਉਮਰ 'ਚ ਬਥੇਰਾ ਰੋਕਿਆ ਹੋਣਾ ਉਹਦੀ ਮਾਂ ਨੇ। ਇਸੇ ਕਰਕੇ ਕੁਰਬਾਨੀਆਂ ਦਿੱਤੀਆਂ ਕਿ ਆਉਣ ਵਾਲਾ ਜਿਹੜਾ ਸਾਡੀਆਂ ਮਾਵਾਂ ਆਜ਼ਾਦ ਦੇਸ਼ 'ਚ ਸਾਹ ਲੈਣ। ਤੇ ਤੁਸੀਂ ਉਹਨਾਂ ਦੀ ਕੁਰਬਾਨੀ ਨੂੰ ਦੁਬਾਰਾ ਕਹਿ ਰਹੇ ਹੋ ਜੀ ਅੱਤਵਾਦੀ। ਸ਼ਰਮ ਆਉਣੀ ਚਾਹੀਦੀ ਹੈ। ਤੇ ਤੁਸੀਂ ਉਹ ਸੀਟ ਤੋਂ ਜਾ ਰਹੇ ਹੋ ਜਿੱਥੋਂ ਜਿਹੜੇ ਪਹਿਲਾ ਮੈਂਬਰ ਪਾਰਲੀਮੈਂਟ ਸੀ ਭਗਵੰਤ ਸਿੰਘ ਮਾਨ, ਜਿਹੜੇ ਹਮੇਸ਼ਾ ਜੋ ਕ੍ਰਾਂਤੀ ਦਾ ਪ੍ਰਤੀਕ ਭਗਤ ਸਿੰਘ ਵਾਲੀ ਪੱਗ ਬੰਨ ਕੇ ਵਿਧਾਨ ਸਭਾ 'ਚ ਜਾਂਦੇ, ਲੋਕ ਸਭਾ 'ਚ ਜਾਂਦੇ ਸੀ ਤੇ ਹਮੇਸ਼ਾ ਜਾ ਕੇ ਪੰਜਾਬ ਦੇ ਮੁੱਦੇ ਚੱਕੇ, ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿੱਤਾ ਤੇ ਹਮੇਸ਼ਾ ਉੱਥੇ ਲੜਾਈ ਲੜੀ ਕਿ ਭਗਤ ਸਿੰਘ ਨੂੰ ਸ਼ਹੀਦਾਂ ਦਾ ਜਿਹੜਾ ਦਰਜਾ ਉਹ ਦਿੱਤਾ ਜਾਵੇ। ਤੇ ਉਹਨਾਂ ਦੇ ਜਨਮ ਦਿਨ ਤੇ ਵੀ ਮਾਨ ਸਾਹਿਬ ਨੇ ਉੱਥੇ ਪੂਰੀ
ਪਾਰਲੀਮੈਂਟ ਨੇ ਜਿਹੜਾ ਭਗਤ ਸਿੰਘ ਦੀ ਜਿਹੜੀ ਸ਼ਹਾਦਤ ਨੂੰ ਜਿਹੜਾ ਪ੍ਰਣਾਮ ਕੀਤਾ। ਸੋ ਬੜੀ ਸ਼ਰਮਨਾਕ ਗੱਲ ਹੈ। ਇਹ ਇਕੱਲਾ ਪੰਜਾਬ ਦਾ ਨਹੀਂ, ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਉਹਨਾਂ ਦੇ ਜਜ਼ਬਾਤਾਂ ਨਾਲ, ਭਾਵਨਾ ਨਾਲ ਜੁੜਿਆ ਹੋਇਆ ਮੁੱਦਾ ਹੈਗਾ। ਇਹਦੇ ਤੇ ਸਿਮਰਜੀਤ ਸਿੰਘ ਮਾਨ ਨੂੰ ਤੁਰੰਤ ਜਿਹੜੀ ਹੈ ਉਹ ਮਾਫੀ ਮੰਗਣੀ ਚਾਹੀਦੀ ਹੈ। ਨਹੀਂ ਆਉਣ ਵਾਲੇ ਸਮੇਂ 'ਚ, ਕਿਉਂਕਿ ਭਗਤ ਸਿੰਘ ਸਾਡੇ ਲਈ ਆਈਡਲ ਹੈ। ਅਸੀਂ ਤਾਂ ਪਿੱਛੇ ਵੀ ਪਹਿਲੀ ਸਰਕਾਰ ਆਈ ਹੈ ਜਿਹਨੇ ਭਗਤ ਸਿੰਘ ਦੀ, ਅੰਬੇਦਕਰ ਜੀ ਦੀ ਫੋਟੋ ਲਾਈ ਹੈ। ਅੱਗੇ ਕਿਹਨਾਂ ਦੇ ਲੱਗੀਆਂ ਹੁੰਦੀਆਂ ਸੀ? ਤੁਸੀਂ ਤਾਂ ਸਾਰੀ ਖਬਰ ਕਰਦੇ ਰਹੇ ਹੋ, ਮੁੱਖ ਮੰਤਰੀਆਂ ਦੀਆਂ, ਮੰਤਰੀਆਂ ਦੀਆਂ, ਜਿਨ੍ਹਾਂ ਭ੍ਰਿਸ਼ਟ ਲੋਕਾਂ ਨੇ ਦੇਸ਼ ਬਰਬਾਦ ਕਰਕੇ ਰੱਖਤਾ। ਅਸੀਂ ਇਸੇ ਕਰਕੇ ਲਾਈਏ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪਤਾ ਲੱਗੇ ਵੀ ਭਗਤ ਸਿੰਘ ਕੌਣ ਹੈ, ਤੇ ਸਾਨੂੰ ਵੀ ਉੱਥੇ ਬੈਠਿਆਂ ਨੂੰ ਹਮੇਸ਼ਾ ਯਾਦ ਰਹੇ ਵੀ ਇਹਨਾਂ ਲੋਕਾਂ ਨੇ ਸ਼ਹਾਦਤ ਦੇ ਕੇ ਦੇਸ਼ ਯਾਦ ਕਰਵਾਇਆ ਸੀ। ਇਹਨਾਂ ਦੀ ਸੋਚ ਤੇ ਪਹਿਰਾ ਦੇਣਾ। ਸੋ ਸਿਮਰਜੀਤ ਸਿੰਘ ਮਾਨ MP ਸਾਹਿਬ ਨੂੰ ਤੁਰੰਤ ਜਿਹੜੀ ਆ ਮਾਫੀ ਮੰਗਣੀ ਚਾਹੀਦੀ ਹੈ। ਨਹੀਂ ਆਉਣ ਵਾਲੇ ਸਮੇਂ 'ਚ ਉਹਨਾਂ ਵਿਰੁੱਧ ਜਿਹੜਾ ਸੰਘਰਸ਼ ਹੈ ਉਹ ਹੋਰ ਤਿੱਖਾ ਹੋਵੇਗਾ। ਜ਼ਰੂਰ ਕਰਾਂਗੇ ਜੀ। ਸਾਰੀ ਜਿਹੜੀ ਲੜਾਈ ਹੈ ਹਰ ਤਰੀਕੇ ਨਾਲ ਲੜਾਂਗੇ। ਭਗਤ ਸਿੰਘ, ਮੈਂ ਦੁਬਾਰਾ ਕਹਿਣਾ, ਸਾਡੇ ਆਈਡਲ ਨੇ, ਸਾਡੇ ਲਈ, ਪੰਜਾਬੀਆਂ ਲਈ ਕ੍ਰਾਂਤੀ ਦਾ, ਆਜ਼ਾਦੀ ਦਾ ਸਾਡੇ ਲਈ ਉਹ ਪ੍ਰਤੀਕ ਨੇ। ਇੱਕ ਵਿਚਾਰਧਾਰਾ ਹੈ। ਪਿਛਲੇ ਸਰਕਾਰ ਦੇ ਦੌਰਾਨ ਤੁਸੀਂ ਜਦੋਂ ਆਪੋਜੀਸ਼ਨ ਵਿੱਚ ਬੈਠਦੇ ਰਹੇ ਆ, ਉਦੋਂ ਇੱਕ ਵਾਰ-ਵਾਰ ਮੁੱਦਾ ਜਿਹੜਾ ਪਿਛਲੇ ਕਈ ਸਾਲਾਂ ਤੋਂ ਵਿਧਾਨ ਸਭਾ ਦੇ ਵਿੱਚ ਆ ਰਿਹਾ ਹੈ ਕਿ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਜਦੋਂ ਤੁਸੀਂ ਆਪੋਜੀਸ਼ਨ ਦੇ ਉਦੋਂ ਵੀ ਮੰਗ ਕਰਦੇ ਰਹੇ ਕੁਝ ਲੋਕ। ਕਿਆ ਤੁਹਾਡੀ ਸਰਕਾਰ ਸ਼ਹੀਦ ਭਗਤ ਸਿੰਘ ਨੂੰ ਸਰਕਾਰੀ ਤੌਰ ਤੇ ਸ਼ਹੀਦ ਦਾ ਦਰਜਾ ਦੇਵੇਗੀ? ਸਾਡੇ ਤਾਂ ਜੀ ਜਿਹੜੇ ਪਾਰਟੀ ਦੇ ਪ੍ਰਧਾਨ ਨੇ, ਮਾਨਯੋਗ ਮੁੱਖ ਮੰਤਰੀ ਸਾਹਿਬ, ਉਹਨਾਂ ਨੇ ਲੋਕ ਸਭਾ ਚੱਕ ਵੀ ਲੜਾਈ ਲੜੀ ਹੈ, ਤੇ ਜ਼ਰੂਰ ਅਸੀਂ, ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ, ਜ਼ਰੂਰ ਅਸੀਂ ਦੇਵਾਂਗੇ ਦਰਜਾ। ਵੀ ਜੀ ਕਿਰਪਾਨ ਨੂੰ ਲੈ ਕੇ ਵੀ ਹੈ, ਕਹਿੰਦੇ ਕਿਰਪਾਨ ਲੈ ਕੇ ਜਾਵਾਂਗੇ ਸੰਸਦ ਦੇ ਵਿੱਚ, ਮਾਨ ਸਾਹਿਬ ਕਹਿ ਰਹੇ ਨੇ, ਕੀ ਲੱਗਦਾ ਹੈ ਇਸ ਵਿੱਚ? ਹਾਂਜੀ ਦੇਖੋ, ਇਸ ਤੋਂ ਪਹਿਲਾਂ ਵੀ ਮਾਨ ਸਾਹਿਬ ਪਾਰਲੀਮੈਂਟ ਜਾਂਦੇ ਰਹੇ ਆ, ਵੀਡੀਓ ਵੀ ਪਈਆਂ, ਉੱਥੇ ਬੋਲਦੇ ਰਹੇ ਆ, ਉਦੋਂ ਉਹਨਾਂ ਨੂੰ ਪਤਾ ਹੋਊਗਾ ਵੀ ਕਿਵੇਂ ਗਏ ਹੋਣਗੇ। ਹੋਰ ਵੀ ਬੜੇ ਜਿਹੜੇ ਗੁਰਸਿੱਖ MP ਨੇ ਉੱਥੇ ਜਾਂਦੇ ਰਹੇ ਆ, ਜੋ ਕਾਨੂੰਨ ਹੈ ਉਹਨੂੰ ਫੋਲੋ ਕਰਦੇ ਆ ਤੇ ਉੱਥੇ ਜਾਂਦੇ ਆ। ਸਰ ਅਗਰ ਉਹਨਾਂ ਨੇ ਮਾਫੀ ਨਹੀਂ ਮੰਗੀ ਫਿਰ ਤੁਹਾਡੇ ਕੀ ਆਪਸ਼ਨ? ਮੈਂ ਕਿਹਾ ਜੀ, ਅਸੀਂ ਨਹੀਂ ਆਉਣ ਵਾਲੇ ਸਮੇਂ 'ਚ ਸੰਘਰਸ਼ ਹੈ ਜਿਹੜਾ ਉਹ ਤਿੱਖਾ ਕਰਾਂਗੇ, ਪਰ ਭਗਤ ਸਿੰਘ ਦਾ ਇਸ ਤਰ੍ਹਾਂ ਜਿਹੜਾ ਅਪਮਾਨ ਹੈ ਉਹ ਨਹੀਂ ਜਿਹੜਾ ਕਰਨ ਦਿੱਤਾ ਜਾਊਗਾ। ਕੋਈ ਇਹਦਾ ਜਿਹੜਾ ਕੋਈ ਲੀਗਲ ਹੋਇਆ ਉਹ ਵੀ ਅਸੀਂ ਕਾਨੂੰਨੀ ਰਾਇ ਜਿਹੜੀ ਉਹ ਲੈ। ਜੀ ਮਾਂ ਸਾਹਿਬ ਇਹ ਗੱਲ ਕਹਿ ਰਹੇ ਆ ਕਿ ਮੈਂ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਸ਼ਹੀਦ ਭਗਤ ਸਿੰਘ ਅੱਤਵਾਦੀ, ਮੈਂ ਇਹ ਕਿਹਾ ਕਿ ਜਿਹੜੀ ਬ੍ਰਿਸ਼ਟ ਸਰਕਾਰ ਆ, ਕਿਉਂਕਿ ਉਹਨਾਂ ਨੇ ਬ੍ਰਿਸ਼ਟ ਸਰਕਾਰ ਦੇ ਖਿਲਾਫ ਇੱਕ ਅੰਦੋਲਨ ਚਲਾਇਆ। ਬ੍ਰਿਸ਼ਟ ਸਰਕਾਰ ਆ ਜਿਹੜੀ, ਉਹ ਭਗਤ ਸਿੰਘ ਨੂੰ ਉਦੋਂ ਅੱਤਵਾਦੀ ਮੰਨਦੀ ਸੀਗੀ, ਤੇ ਜਿਹੜੀ ਸਟੇਟ ਆ, ਮੇਰੀ ਗੱਲ ਪੂਰਾ ਹੋਣਾ, ਜਿਹੜੀ ਸਟੇਟ ਆ, ਇਸ ਕਰਕੇ ਜਿਹੜੇ ਸਿੱਖ ਸੰਘਰਸ਼ ਦੇ ਦੌਰਾਨ ਚਾਹੇ ਉਹਨਾਂ ਨੇ ਸ਼ਹੀਦੀਆਂ ਪਾਈਆਂ ਜਾਂ ਲੜ ਰਹੇ ਆ, ਜਿਹੜੀ ਸਟੇਟ ਸਰਕਾਰ ਆ ਹੁਣ ਦੀ, ਉਹ ਤੁਸੀਂ ਸ਼ਿਬਰ ਸਾਹਿਬ ਉਹਨਾਂ ਦੀ, ਸਿਮਰਜੀਤ ਸਿੰਘ ਮਾਨ ਜੀ ਦੀ ਮੈਂ ਪਹਿਲਾਂ ਵਾਲੀ ਸਟੇਟਮੈਂਟ ਵੀ ਸੁਣੀ ਹੈ MP ਬਣਨ ਤੋਂ, ਤੇ ਦੁਬਾਰਾ ਵਾਲੀ ਵੀ ਸੁਣੀ। ਉਹ 'ਚ ਬੜਾ ਕਲੀਅਰ ਉਹ ਕਹਿੰਦੇ ਆ, ਦੁਬਾਰਾ ਕਹਿੰਦੇ ਆ ਕਿ ਹੋਰ ਤੁਸੀਂ ਕੀ ਕਹੋਗੇ ਜਿਹਨੇ ਅੰਗਰੇਜ਼ ਅਫਸਰ ਦੀ ਗੋਲੀ ਮਾਰਤੀ। ਤੁਸੀਂ ਨਹੀਂ, ਉਹ ਤਾਂ ਪੱਤਰਕਾਰ ਨੂੰ ਵੀ ਕਹਿ ਰਹੇ ਵੀ ਤੁਸੀਂ ਨਹੀਂ ਕਹੋਗੇ, ਹੋਰ ਦੱਸੋ ਕੀ ਕਹੋਗੇ। ਅੱਜ ਕੱਲ ਕਿਹੜਾ ਕੋਈ ਗੱਲ ਰੁਕੀ ਰਹਿੰਦੀ ਹੈ, ਸਾਰੀ YouTube ਤੇ ਪਈਆਂ ਨੇ, ਤੁਸੀਂ ਹੁਣ ਕੱਢ ਕੇ ਦੇਖ ਲਓ, ਸਾਰਾ ਕੁਝ ਲੋਕਾਂ ਦੇ ਸਾਹਮਣੇ ਆ, ਪਬਲਿਕ ਡੋਮੇਨ 'ਚ ਹੈ। ਵੀ ਜੀ ਖਾਲਿਸਤਾਨ ਵਾਲੀ ਖਾਲਿਸਤਾਨ ਵਾਲੀ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ? ਉਹਨਾਂ ਨੇ ਸਮਰਥਨ ਦਿੱਤਾ, ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਤੇ ਵੀ ਕੋਈ ਉਹਦੀ ਗਰੁੱਪ ਨਹੀਂ ਲਾਈ, ਚਰਚਾ ਕੀਤੀ ਜਾ ਸਕਦੀ ਹੈ। ਦੇਖੋ, ਅਸੀਂ ਦੇਸ਼ ਦੇ ਸੰਵਿਧਾਨ 'ਚ ਵਿਸ਼ਵਾਸ ਰੱਖਣ ਵਾਲੀ ਸਾਡੀ ਸੈਕੂਲਰ ਪਾਰਟੀ ਹੈ। ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਜੋ ਵੀ ਲੋਕ ਕਹਿ ਲਓ ਵੀ ਸਾਡੀ ਸ਼ਾਂਤੀ ਨੂੰ, ਸਾਡੀ ਏਕਤਾ ਨੂੰ ਭੰਗ ਕਰਨਾ ਚਾਹੁੰਦੇ ਆ ਜਾਂ ਇੱਦਾਂ ਦੀਆਂ ਬਿਆਨਬਾਜ਼ੀਆਂ ਕਰਨਗੇ, ਤਾਂ ਉਹਨਾਂ ਨੂੰ, ਕਿਸੇ ਨੂੰ ਵੀ, ਜਿਹੜੇ ਦੇਸ਼ ਦੇ ਲੋਕ ਨੇ, ਉਹ ਮਾਫ ਹੈ ਜਿਹੜਾ ਉਹ ਨਹੀਂ ਕਰਨਗੇ। ਪਟਿਆਲੇ ਦੇ ਵਿੱਚ ਵੀ
ਐਸਜੀਐਫ ਦੇ ਜਿਹੜੇ ਪੋਸਟਰਸ ਲੱਗੇ ਨੇ ਕਰਨ ਦਾ ਮਤਲਬ ਇੱਕ ਵਾਰੀ ਫੇਰ ਕੀ ਦੇਖਦੇ ਹੋ ਕਿ ਲੱਗਦਾ ਨਹੀਂ ਕਿ ਇੱਕ ਵਾਰੀ ਫੇਰ ਉਹੀ ਸੀਨਾ ਦੁਆਰ ਤੋਂ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਦਾਂ ਕੁਝ ਸਮਾਂ ਪਹਿਲਾਂ ਫਿਰ ਮੈਂ ਕਿਹਾ ਜੀ ਦੇਖੋ ਲੋਕ ਵੀ ਮਾਫ ਨਹੀਂ ਕਰਨਗੇ ਤੇ ਕਾਨੂੰਨ ਵੀ ਬੜੀ ਸਖਤੀ ਨਾਲ ਉਹਨਾਂ ਲੋਕਾਂ ਦੇ ਕੰਮ ਕਰੂਗਾ ਜਿਹੜੇ ਲੋਕ ਵੀ ਪੰਜਾਬ ਦਾ ਜਿਹੜਾ ਮਾਹੌਲ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ। ਅਸੀਂ ਪਹਿਲਾਂ ਵੀ ਬੜੇ ਸਖਤ ਐਕਸ਼ਨ ਲਏ ਆ, ਹੁਣ ਵੀ ਡੀਜੀ ਸਾਹਿਬ ਲਗਾਤਾਰ ਪਹਿਲੀ ਵਾਰ ਹੋਇਆ ਕਿ ਡੀਜੀ ਕੋਈ ਲਗਾਤਾਰ ਫੀਲਡ 'ਚ ਨੇ, ਲਗਾਤਾਰ ਅਸੀਂ ਕਾਨੂੰਨ ਵਿਵਸਥਾ ਨੂੰ ਪੰਜਾਬ 'ਚ ਹੋਰ ਬਿਹਤਰ ਕਰਨ ਦੇ ਲਈ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ। ਕੋਈ ਵੀ ਕਾਨੂੰਨ ਨੂੰ ਹੱਥ 'ਚ ਲਊਗਾ ਐਦਾਂ ਦੀਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਕੋਈ ਖੇਡਣ ਦੀ, ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ, ਕਿਸੇ ਨੂੰ ਬਖਸ਼ਣ ਨਹੀਂ।